ਵਾਹਿਗੁਰੂ ਜੀ ਕੀ ਫਤਿਹ। ਗੁਰ ਅਰਜਨ ਪੁਨ ਕਹਾ ਸੁਨਾਈ। ਜੁਗੋ ਜੁਗੋ ਅਟਲ ਗਿਆਨ ਸਮੁੰਦਰ, ਬਾਣੀ ਦੇ ਬੋਹਿਥ ਛਤਰ ਚਬਰ ਤਖਤ ਦੇ ਮਾਲਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਸਜੇ ਪਾਵਨ ਦਰਬਾਰ ਨਿੱਘੀ ਗੋਦ ਵਿੱਚ ਸ਼ਾਮ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਪਿਆਰੀ ਸਾਧ ਸੰਗਤ ਜੀ, ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਡਭਾਗੇ ਹੋ ਨਿਤਾ ਨੇਮ ਹਾਜ਼ਰੀਆਂ ਭਰ ਕੇ, ਗੁਰੂ ਇਤਿਹਾਸ ਸੁਣ ਕੇ, ਗੁਰਬਾਣੀ ਕੀਰਤਨ ਸੁਣ ਕੇ ਲਾਹੇ ਲੈਂਦੇ ਹੋ। ਆਪ ਨੇ ਕੱਲ੍ਹ ਸੁਣਿਆ ਸੀ ਕ੍ਰਿਸ਼ਨ ਲਾਲ, ਹਰੀ ਲਾਲ, ਦੋ ਵਿਦਵਾਨ ਪੰਡਤ ਮਨ ਦੀ ਸ਼ਾਂਤੀ ਪਾ ਵਾਸਤੇ ਗੁਰੂ ਚਰਨਾਂ 'ਚ ਆਏ। ਗੁਰੂ ਨਾਨਕ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਅੰਮ੍ਰਿਤਮਈ ਬਾਣੀ ਦੀਆਂ 4 ਪੌੜੀਆਂ ਸੰਸਕ੍ਰਿਤੀ ਵਿੱਚ 4 ਸ਼ਲੋਕ ਲੈ ਕੇ ਆਏ। ਸਤਿਗੁਰੂ ਮਹਾਰਾਜ ਨੇ ਉਹਨਾਂ ਦੀ ਬਖਸ਼ਿਸ਼ ਵਾਸਤੇ 67 ਪੌੜੀਆਂ ਉਚਾਰਨ ਕੀਤੀਆਂ, ਸ਼ਲੋਕ ਉਚਾਰਨ ਕੀਤੇ। ਇਸੇ ਤਰ੍ਹਾਂ ਗਾਥਾ ਮਹੱਲਾ 5ਵਾਂ ਬਾਣੀ ਉਚਾਰੀ। 4 ਬੋਲੇ 4 ਗੁਰਸਿੱਖਾਂ ਦੇ ਪ੍ਰੇਮ ਦੀ ਗਾਥਾ ਉਚਾਰੀ। ਫਿਰ ਕਬੀਰ ਭਗਤ ਜੀਆਂ ਦੇ ਸ਼ਲੋਕ, ਬਾਬਾ ਫਰੀਦ ਜੀਆਂ ਦੇ ਸ਼ਲੋਕ ਉਚਾਰਨ ਕੀਤੇ। ਇਸ ਤਰ੍ਹਾਂ ਇਹ ਸਾਰਾ ਇਤਿਹਾਸ ਆਪ ਨੇ ਬੜੇ ਪਿਆਰ ਨਾਲ ਸੁਣਿਆ। ਭਾਈ ਗੁਰਦਾਸ ਜੀਆਂ ਨੂੰ ਵੀ ਮਹਾਰਾਜ ਨੇ ਹੁਕਮ ਕੀਤਾ ਕਿ ਹੁਣ ਤੁਸੀਂ ਵੀ ਜਿਹੜੀ ਬਾਣੀ ਲਿਖਦੇ ਹੋ ਲੈ ਕੇ ਆਓ। ਕੁਝ ਇਤਿਹਾਸਕਾਰ ਇਹ ਵੀ ਲਿਖਦੇ ਨੇ ਕਿ ਭਾਈ ਗੁਰਦਾਸ ਜੀ ਨੇ ਵੀ ਬੇਨਤੀ ਕੀਤੀ ਕਿ ਮਹਾਰਾਜ ਆਪ ਇਸ ਤਰ੍ਹਾਂ ਭਗਤਾਂ ਦੀ ਬਾਣੀ ਉਚਾਰਨ ਕੀਤੀ ਹੈ, ਲਿਖੀ ਹੈ, ਅਤੇ ਮੈਂ ਵੀ ਬਾਣੀ ਉਚਾਰਨ ਕਰਦਾ। ਮੈਂ ਵੀ 12 ਲਿਖੀਆਂ ਨੇ, ਆਪ ਕਿਰਪਾ ਕਰੋ। ਤਾਂ ਮਹਾਰਾਜ ਕਹਿਣ ਲੱਗੇ, ਭਾਈ ਗੁਰਦਾਸ ਤੇਰੀ ਬਾਣੀ ਕਲਿਆਣਕਾਰੀ ਹੈ, ਗਿਆਨ ਦਾ ਉਪਦੇਸ਼ ਦਿੰਦੀ ਹੈ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਦਰਜ ਨਹੀਂ ਹੋ ਸਕਦੀ। ਤਾਂ ਮਨ 'ਚ ਸ਼ੰਕਾ ਕੀਤੀ। ਸੁਪਨਾ ਆਇਆ ਰਾਤ ਨੂੰ, ਸਤਿਗੁਰੂ ਮਹਾਰਾਜ ਨਾਲ ਨੇ, ਸਮੁੰਦਰ 'ਚ ਜਹਾਜ਼ 'ਚ ਜਾ ਰਹੇ ਨੇ। ਜਦੋਂ ਗੁਰਬਾਣੀ ਪੜ੍ਹਦੇ ਨੇ ਤਾਂ ਬੇੜਾ ਤਰਨ ਲੱਗ ਜਾਂਦਾ ਹੈ। ਜਦੋਂ ਭਾਈ ਗੁਰਦਾਸ ਆਪਣੀਆਂ 12 ਪੜ੍ਹਦਾ ਹੈ ਤਾਂ ਉਹ ਡੋਲਣ ਲੱਗ ਜਾਂਦਾ। ਸੁਪਨਾ ਖੁੱਲ੍ਹਿਆ, ਜਾਗ ਆਈ। ਮਹਾਰਾਜ ਨੂੰ ਬੇਨਤੀ ਕੀਤੀ ਕਿ ਮਹਾਰਾਜ ਆਪ ਨੇ ਜੋ ਕੌਤੁਕ ਦਿਖਾਇਆ ਹੈ ਮੈਂ ਸਮਝ ਗਿਆ ਹਾਂ, ਆਪ ਮੈਨੂੰ ਮਾफ़ ਕਰਨਾ। ਪਰ ਕਵੀ ਜੀਆਂ ਨੇ ਗੁਰਬਿਲਾਸ 6ਵੀਂ ਪਾਤਸ਼ਾਹੀ ਦੇ ਕਰਤਾ ਕਵੀ ਜਿਸ ਤਰ੍ਹਾਂ ਉਚਾਰਨ ਕੀਤਾ ਹੈ ਉਸੇ ਤਰ੍ਹਾਂ ਆਪਾਂ ਸੁਣਾਇਆ ਕੱਲ੍ਹ ਵੀ ਅੱਜ ਵੀ। ਚੂੜਾਮਨ ਕਵੀ ਭਾਈ ਸੰਤੋਖ ਸਿੰਘ ਜੀ ਨੇ ਵੀ ਇਸੇ ਤਰ੍ਹਾਂ ਬਿਆਨ ਕੀਤਾ। ਗਿਆਨੀ ਗਿਆਨ ਸਿੰਘ ਨੇ ਇਸ ਗੱਲ ਬਾਰੇ ਕੋਈ ਵਿਚਾਰ ਨਹੀਂ ਦਿੱਤੀ ਹੈ। ਸੋ ਆਓ ਇਸ ਤਰ੍ਹਾਂ ਆਪ ਨੇ ਸੁਣਿਆ। ਮਹਾਰਾਜ ਨੇ ਫਿਰ ਭਾਈ ਗੁਰਦਾਸ ਜੀਆਂ ਨੂੰ ਵੀ ਵਰ ਦਿੱਤਾ ਕਿ ਟੁੱਟੇ ਹੋਏ ਮਨਾਂ ਨੂੰ ਜੋੜਿਆ ਕਰੂਗੀ। ਜੋ 12 ਪੜ੍ਹੂ ਉਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜੋ ਅਰਥ ਨੇ ਉਹਨਾਂ ਦਾ ਗਿਆਨ ਪ੍ਰਾਪਤ ਹੋ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿੰਦਾ ਹਨ, ਤੇਰੀ ਬਾਣੀ ਕੁੰਜੀ ਹੈ, ਇਹ ਬਚਨ ਮਹਾਰਾਜ ਨੇ ਕੀਤੇ। ਆਓ ਅਗਲਾ ਇਤਿਹਾਸ ਸਰਵਣ ਕਰਨ ਵਾਸਤੇ ਮਨ ਜੋੜੀਏ। ਇੱਕ ਵਾਰੀ ਸਾਰੇ ਰਸਨਾ ਪਵਿੱਤਰ ਕਰੀਏ, ਉਚਾਰਨ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੁਰ ਅਰਜਨ ਪੁਨ ਕਹਾ ਸੁਨਾਈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਬਚਨ ਆਖਦੇ ਹਨ। ਸੁਨੋ ਸਰਵਣ ਦੈ ਬਚ ਮਮ ਭਾਈ। ਕੀ ਆਖਿਆ? ਧਿਆਨ ਨਾਲ ਸੁਣੋ ਭਾਈ ਗੁਰਦਾਸ ਜੀ। ਵਾਰ 40 ਰਚੋ ਤੁਮ ਪੂਰੀ। ਤੁਸੀਂ ਵੀ ਇਸੇ ਤਰ੍ਹਾਂ 12 ਉਚਾਰਨ ਕਰੋ। ਕਈਆਂ ਨੇ ਲਿਖਿਆ 39 12 ਸੀ, 2 12 ਭਾਈ ਬਹਿਲੋ ਕੇ ਗੁਰਦਾਸ ਹੋਏ, ਉਹਨਾਂ ਨੇ ਉਚਾਰਨ ਕੀਤੀਆਂ। ਕਲਗੀਧਰ ਮਹਾਰਾਜ ਦੀਆਂ ਸਪਸ਼ਟ ਹੈ ਕਿ ਬਾਜਾਂ ਵਾਲੇ ਸਤਿਗੁਰਾਂ ਦੀਆਂ 2 ਆਖਰੀ 12 ਉਹਨਾਂ ਦੀਆਂ ਹਨ।
ਸੋ ਇਸ ਤਰ੍ਹਾਂ 12 ਉਚਾਰਨ ਕੀਤੀਆਂ, ਜਿਨ੍ਹਾਂ ਨੂੰ 41 ਵਾਰਾਂ ਗਿਣਿਆ ਜਾਂਦਾ ਹੈ। ਜਾ ਕੇ ਪੜੇ ਹੋਏ ਭ੍ਰਮ ਦੂਰੀ, ਜਿਨ੍ਹਾਂ ਦੇ ਪੜ੍ਹਨ ਦੇ ਨਾਲ ਭਰਮ ਸੰਸੇ ਦੂਰ ਹੁੰਦੇ ਨੇ। ਕਵਿਤ ਰਚੇ 556, 556 ਕਵਿਤਾਂ ਦੀ ਰਚਨਾ ਕੀਤੀ ਹੋਈ ਹੈ। ਭਾਈ ਗੁਰਦਾਸ ਜੀਆਂ ਨੇ ਵਿਦਵਾਨ ਜਨ ਜਾਣਦੇ ਨੇ। ਜਾ ਕੇ ਪੜੈ ਮਿਟੈ ਮਨ ਡੰਜਾ, ਜਿਹਦੇ ਪੜ੍ਹਨ ਦੇ ਨਾਲ ਮਨ ਦੀ ਡੰਝਾ, ਭਾਵ ਕਿ ਮਨ ਦੀ ਭੁੱਖ ਤਿਹਾ ਦੂਰ ਹੋ ਜਾਂਦੀ ਹੈ। ਬਹੁਤ ਗੂੜ੍ਹ ਗਿਆਨ ਭਾਈ ਗੁਰਦਾਸ ਜੀਆਂ ਨੇ ਆਪਣੀਆਂ ਵਾਰਾਂ ਦੇ ਵਿੱਚ ਤੇ ਕਵਿਤਾਂ ਦੇ ਵਿੱਚ ਬਹੁਤ ਆਲਾ ਦਰਜੇ ਦੀ ਬਾਣੀ ਉਚਾਰਨ ਕਰਕੇ ਹਰ ਇੱਕ ਪੱਖ ਨੂੰ ਟੁੰਬਿਆ ਹੈ। ਗੁਰਸਿੱਖ ਨੂੰ ਹਰ ਇੱਕ ਜੀਵਨ ਦੇ ਵਿੱਚ ਗੁਰਸਿੱਖੀ ਨਿਭਾਉਣ ਦੀ ਨਸੀਹਤ ਦੱਸੀ ਹੋਈ ਹੈ। ਮਨਮੁਖਾਂ ਬਾਰੇ ਦੱਸਿਆ ਹੈ, ਨਿੰਦਕਾਂ ਬਾਰੇ ਦੱਸਿਆ ਹੈ, ਕਿਰਤ ਘਣਾ ਬਾਰੇ ਦੱਸਿਆ ਹੈ, ਮਾਤਾ ਪਿਤਾ ਦੀ ਸੇਵਾ ਬਾਰੇ ਦੱਸਿਆ। ਕੀ ਆਖੀਏ, ਬਹੁਤ ਕੁਛ ਭਾਈ ਗੁਰਦਾਸ ਜੀਆਂ ਨੇ ਆਪਣੀਆਂ ਵਾਰਾਂ ਦੇ ਵਿੱਚ ਉਚਾਰਨ ਕੀਤਾ ਅਤੇ ਕਵਿਤਾਂ ਸਵਈਆਂ ਦੇ ਵਿੱਚ। ਸੋ ਇਸ ਤਰ੍ਹਾਂ ਬਹੁਤ ਸੁੰਦਰ ਰਚਨਾ ਕੀਤੀ। ਸੁਨ ਭਾਈ ਗੁਰ ਚਰਨਨ ਪਰਿਓ, ਭਾਈ ਗੁਰਦਾਸ ਜੀ ਸਤਿਗੁਰਾਂ ਦੇ ਚਰਨਾਂ ਤੇ ਢਹਿ ਪੈਂਦੇ ਨੇ। ਜਦੋਂ ਵਾਰ ਸੁਣਿਆ, ਬਾਡੇ ਆਨੰਦ ਚਿਤੇ ਆਪਣੇ ਧਰਿਓ, ਬੜੇ ਆਨੰਦ ਦੇ ਨਾਲ ਮਨ ਦੇ ਵਿੱਚ ਚਿੱਤ ਵਿੱਚ ਸਤਿਗੁਰਾਂ ਦੇ ਬਚਨ ਵਸਾਏ। ਕਰ ਚਰਚਾ ਸਾ ਭਗਤ ਸਿਧਾਏ, ਸਾਰੇ ਭਗਤ ਵੀ ਚਰਚਾ ਵਿਚਾਰ ਕਰਕੇ ਵਾਪਸ ਚਲੇ ਜਾਂਦੇ ਹਨ। ਮੋਹਰੋ ਵੇਦ ਦੇਹ ਧਰ ਆਏ, ਫਿਰ ਵੇਦ ਆ ਜਾਂਦੇ ਨੇ ਜਿਹੜੇ ਸਰੀਰ ਧਾਰਨ ਕਰਕੇ ਆਏ ਹੋਏ ਸੀ। ਭਗਤ ਸਿੰਘ ਤਬ ਬਿਨਤੀ ਕਏ, ਭਗਤ ਸਿੰਘ ਜੀ ਭਾਈ ਮਨੀ ਸਿੰਘ ਜੀ ਨੂੰ ਬੇਨਤੀ ਕਰਦੇ ਹਨ। ਇਸ ਕਰਤ ਗ੍ਰੰਥ ਦੇ ਜੋ ਸਰੋਤ ਨੇ, ਕਾਰਕ ਨੇ, ਕਾਂਕੀ ਦੇਹ ਵੇਦ ਧਰ ਆਏ, ਵੀ ਜਿਹੜੇ ਵੇਦ ਆਏ ਉਹ ਕਿਉਂ ਸਰੀਰ ਧਾਰਨ ਕਰਕੇ ਆਏ ਸੀ। ਮਨੀ ਸਿੰਘ ਤੈ ਸੰਕ ਮਿਟਾਈ, ਭਾਈ ਮਨੀ ਸਿੰਘ ਜੀਆਂ ਨੇ ਉਸ ਸਮੇਂ ਸ਼ੰਕਾ ਦੂਰ ਕੀਤੀ। ਵਿਪਰ ਦੇਹ ਵੇਦਨ ਵੀ ਪਾਈ, ਕਿਉਂਕਿ ਵੇਦਾਂ ਨੇ ਵਿਪਰ ਬ੍ਰਹਮ ਭਾਵ ਕੇ ਬ੍ਰਾਹਮਣਾਂ ਦੇ ਸਰੀਰ ਧਾਰਨ ਕੀਤੇ। ਤਾਂ ਕੀ ਕਥਾ ਬਹੁਤ ਵਿਸਤਾਰਾ, ਵੀ ਜੇ ਸਾਰੀ ਕਥਾ ਕਵੀ ਕਹਿੰਦੇ ਬਿਆਨ ਕਰਾਂ ਕਾਫੀ ਲੰਮੀ ਹੈ। ਕਾਂਸ਼ੀ ਮੈਂ ਕੀਏ ਚਰਿਤ ਅਪਾਰਾ, ਇਹਨਾਂ ਨੇ ਕਾਂਸੀ ਦੇ ਵਿੱਚ ਅਪਾਰ ਚਰਿੱਤਰ ਕੀਤੇ, ਭਾਵ ਕਾਂਸੀ ਦੇ ਵਿੱਚ ਆਏ ਮੰਨੇ ਗਏ। ਦੋਹਰਾ ਏਕ ਸਮੈ ਕੀਓ ਤਿਨੈ, ਇੱਕ ਸਮੇਂ ਕੀ ਹੋਇਆ ਹੈ। ਅਦ ਕਮਾਨ ਰਿਦ ਵੇਦ, ਇਹਨਾਂ ਨੇ ਬਹੁਤ ਜ਼ਿਆਦਾ ਹੰਕਾਰ ਕੀਤਾ ਸੀ। ਨਭ ਬਾਣੀ ਤਬ ਹੀ ਭਈ, ਫਿਰ ਆਕਾਸ਼ ਬਾਣੀ ਹੋਈ। ਇਹਨਾਂ ਨੂੰ ਇਉਂ ਮੰਨਿਆ ਜਾਂਦਾ ਹੈ ਕਿ ਸਭਾ ਲੱਗੀ ਹੋਈ ਸੀ। ਸਭਾ ਦੇ ਵਿੱਚ ਭਗਵਾਨ ਆਏ ਵਿਸ਼ਨੂੰ, ਇਹ ਪਰ ਉੱਠ ਕੇ ਖੜੇ ਨਾ ਹੋਏ। ਚਾਰੇ ਵੇਦ ਤੇ ਬ੍ਰਹਮ ਇਹ ਨਰਾਦਰ ਦੇ ਕੇ ਸ਼ਰਾਪ ਦੇ ਦਿੱਤਾ ਕਿ ਜਾਓ ਮਾਤ ਲੋਕ ਵਿੱਚ ਜਨਮ ਲਓ। ਪਰ ਇਹ ਪੁਰਾਣਕ ਕਥਾ ਹੈ। ਜਦੋਂ ਗਿਆਨੀ ਗੁਰਦਿੱਤ ਸਿੰਘ ਜੀ ਲੱਭਦੇ ਨੇ ਤਾਂ ਇਹ ਵਹੀ ਤਲੌਂਡਿਆਂ ਦੇ ਵਿੱਚੋਂ ਮਿਲ ਜਾਂਦੀਆਂ ਨੇ। ਇਹਨਾਂ ਦੀਆਂ ਮੂਹੀਆਂ ਇੱਕ ਪਾਠ ਸੰਗਿਆ ਬ੍ਰਾਹਮਣ ਲੋਕ ਸਨ, ਸਾਰਸਵਤ ਵੀ ਕਹਿੰਦੇ ਨੇ, ਜਿਹੜੇ ਉਹਨਾਂ ਸਮਿਆਂ 'ਚ ਵਿਦਵਾਨ ਹੁੰਦੇ, ਰਚਨਾ ਕਰਦੇ ਕਵਿਤਾ ਦੀ। ਇਸ ਤਰ੍ਹਾਂ ਇਹ ਗਾਇਆ ਕਰਦੇ ਸੀ ਲੋਕ। ਇਹ ਮਹਾਰਾਜ ਦੇ ਚਰਨਾਂ 'ਚ ਆਏ ਸੀ। ਸੋ ਇਸ ਤਰ੍ਹਾਂ ਕਵੀ ਜੀਆਂ ਨੇ ਇਹੀ ਬਿਆਨ ਕੀਤਾ ਹੈ। ਸੂਰਜ ਪ੍ਰਕਾਸ਼ ਦੇ ਵਿੱਚ ਵੀ ਇਸੇ ਤਰ੍ਹਾਂ ਆਉਂਦਾ ਹੈ ਕਿ ਇਹ ਮਹਾਰਾਜ ਦੇ ਕੋਲ ਅਵਤਾਰ ਧਾਰਨ ਕਰਕੇ ਆਏ। ਬਿਨ ਗੁਰ ਮਿਟੈ ਨਖੇਦ, ਵੀ ਇਹ ਜਿਹੜਾ ਦੁੱਖ ਹੈ ਗੁਰੂ ਤੋਂ ਬਿਨਾਂ ਨਹੀਂ ਦੂਰ ਹੋਣਾ। ਕਿਉਂਕਿ ਡਾਕਟਰ ਭਾਈ ਵੀਰ ਸਿੰਘ ਜੀਆਂ ਨੇ ਵੀ ਕੁਛ ਪ੍ਰਮਾਣ ਦਿੱਤਾ ਹੈ। ਜਿਸ ਤਰ੍ਹਾਂ ਸ਼੍ਰੀਮਦ ਭਾਗਵਤ ਪੁਰਾਣ ਦੇ 10ਵੇਂ ਸਕੰਦ 27ਵੇਂ ਅਧਿਆਇ ਦੇ ਵਿੱਚ ਵੀ ਵੇਦਾਂ ਦਾ ਆਉਣਾ, ਜਦੋਂ ਰਾਮਚੰਦਰ ਜੀ ਬਨਵਾਸ ਕੱਟ ਕੇ ਵਾਪਸ ਆਏ ਸੀ ਉਦੋਂ ਵੀ ਆਏ ਸੀ ਜਸ ਕਰਨ ਵਾਸਤੇ। ਕਿਉਂਕਿ ਜਿਹੜੀਆਂ ਦੇਵ ਰੂਹਾਂ ਹੋਇਆ ਕਰਦੀਆਂ ਨੇ, ਅਦਿਸ਼ਯ ਰੂਹਾਂ ਹੋਇਆ ਕਰਦੀਆਂ ਨੇ, ਉਹ ਰੱਬ ਦੇ ਪਿਆਰਿਆਂ ਦਾ ਜਸ ਕਰਨ ਆਉਂਦੀਆਂ ਨੇ। ਉਹ ਆਪਣਾ ਵੀ ਭਲਾ ਚਾਹੁੰਦੀਆਂ ਹਨ ਕਿ ਸਾਡੇ ਵੀ ਜੀਵਨ ਦਾ ਭਲਾ ਹੋਵੇ। ਸੋ ਇਸ ਤਰ੍ਹਾਂ ਮਾਨੋ ਇਹ ਵੇਦਾਂ ਨੇ ਵੀ ਆਉਣਾ ਕੀਤਾ ਹੈ। ਵੇਦ ਵਿਸਮ ਪਾਵਤ ਭਏ, ਵਿਸਮਾਦ ਭਾਵ ਕਿ ਮਹਾਰਾਜ ਦੇ ਚਰਨਾਂ 'ਚ ਆਏ ਵਿਸਮਾਦ ਹੋਣ ਦੇ ਵਾਸਤੇ। ਕੀਨ ਬਿਨੈ ਹੋਏ ਦੀਨ, ਬੇਨਤੀ ਹੋ ਕੇ ਫਿਰ ਇਹਨਾਂ ਨੇ ਬੇਨਤੀ ਕੀਤੀ ਦੀਨ ਨਿਮਰਤਾ ਦੇ ਵਿੱਚ। ਜਦੋਂ ਸ਼ਰਾਪ ਦੇ ਦਿੱਤਾ ਕਿ ਮਾਤ ਲੋਕ ਜਾਓ, ਮਹਾਰਾਜ ਆਗਿਆ ਕਰੋ, ਕਿ ਆਗਿਆ ਕਰੋ, ਸਾਨੂੰ ਹੁਕਮ ਦਿਓ। ਕਹਾਂ ਗੁਰੂ ਹਮ ਚੀਨ, ਵੀ ਅਸੀਂ ਗੁਰੂ ਫਿਰ ਕਿੱਥੇ ਜਾ ਕੇ ਦਰਸ਼ਨ ਕਰਾਂਗੇ
ਜਿਹੜਾ ਸਾਨੂੰ ਸ਼ਾਂਤੀ ਬਖਸ਼ੂਗਾ। ਚੌਪਈ ਨਭ ਬਾਣੀ ਤਬ ਕਹਾ ਸੁਨਾਏ। ਇਸ ਤਰ੍ਹਾਂ ਆਕਾਸ਼ ਵਿੱਚੋਂ ਫਿਰ ਇਹਨਾਂ ਨੂੰ ਬਾਣੀ ਹੋਈ। ਧਰੋ ਜਨਮ ਜਗ ਮੈਂ ਤੁਮ ਜਾਏ। ਜਗਤ ਦੇ ਵਿੱਚ ਜਾ ਕੇ ਜਨਮ ਲਵੋ। ਚਤਰ ਚਤਰ ਤੁਮ ਰੂਪ ਸੁਧਾਰੋ। ਇੱਕ ਇੱਕ ਬੀਦ ਚਾਰ ਚਾਰ ਰੂਪ ਧਾਰਨ ਕਰੋ। ਵਿਪਰ ਦੇਹ ਤਰ ਕਾਜ ਸਵਾਰੋ। ਬ੍ਰਾਹਮਣ ਲੋਕ ਹੋ ਕੇ ਫਿਰ ਆਪਣੇ ਜੀਵਨ ਦਾ ਕਾਰਜ ਸਵਾਰਨਾ, ਫਿਰ ਜਸ ਕਰਨਾ, ਫਿਰ ਤੁਹਾਡਾ ਉਧਾਰ ਹੋਣਾ ਹੈ। ਜੈ ਕੋ ਮਿਲੇ ਸਾਤ ਮਨ ਆਵੈ। ਭਾਵ ਜਿੱਥੇ ਜਾ ਕੇ ਸ਼ਾਂਤੀ ਪ੍ਰਾਪਤ ਹੋਵੇਗੀ। ਸੋ ਗੁਰ ਕਰੋ ਖੇਦ ਸਭ ਜਾਵੈ। ਉਹ ਸਤਿਗੁਰਾਂ ਦੇ ਕੋਲ ਜਾਣਾ, ਫਿਰ ਤੁਹਾਡਾ ਇਹ ਦੁੱਖ ਦੂਰ ਹੋਊ ਜਿਹੜਾ ਸਰੀਰ ਧਾਰਨ ਦਾ ਹੈ। ਚਤੁਰਾਨਨ ਕੋ ਕਹਾ ਸੁਨਾਏ। ਬ੍ਰਹਮੇ ਨੂੰ ਵੀ ਆਖ ਦਿੱਤਾ, ਜਾਵੋ ਧਰ ਬਿਨ ਰਛ ਕਰਾਏ। ਜਾ ਕੇ ਧਰਤੀ ਦੇ ਉੱਤੇ ਇਹਨਾਂ ਦੇ ਨਾਲ ਹੀ ਰਲੋ। ਤੁਸੀਂ ਵੀ ਫਿਰ ਇਹਨਾਂ ਦੀ ਰੱਖਿਆ ਕਰੋ। ਜਬ ਲੋ ਰਹੈ ਵੇਦ ਧਰਮਾਹੀ। ਜਿੰਨਾ ਚਿਰ ਵੇਦ ਧਰਤੀ ਤੇ ਰਹਿਣਗੇ, ਤਬ ਲੋ ਰਹੋ ਇਨੈ ਨਿਕਟਾਹੀ। ਇਹ ਵੀ ਸਰੀਰ ਧਾਰਨ ਕਰਕੇ ਰਹਿਣਗੇ, ਤੂੰ ਵੀ ਇਹਨਾਂ ਦੇ ਨਾਲ ਹੀ ਰਹਿਣਾ ਹੈ ਸਰੀਰ ਧਾਰਨ ਕਰਕੇ। ਤਬ ਬਾਣੀ ਅਸ ਕਹਿ ਅਰਗਾਈ। ਇਸ ਤਰ੍ਹਾਂ ਜਦੋਂ ਆਕਾਸ਼ ਬਾਣੀ ਹੋਈ, ਵੇਦ ਬ੍ਰਹਮੇ ਜੁਤ ਬਿਸਮੈ ਪਾਈ। ਬ੍ਰਹਮੇ ਦੇ ਸਮੇਤ ਬੀਦਾ ਨੇ ਬੜੀ ਹੈਰਾਨਗੀ ਵਿਸਮਾਦ ਗੱਲ ਸੁਣੀ। ਧਰੇ ਰੂਪ ਪੁਨ ਜਗ ਮੈਂ ਆਏ। ਇਹ ਸ਼ਰਾਪ ਦੇ ਕਾਰਨ ਜਗਤ ਦੇ ਵਿੱਚ ਆ ਕੇ ਜਨਮ ਲਿਆ। ਚਾਰ ਚਾਰ ਨਰ ਤਨ ਕੋ ਪਾਏ। ਇੱਕ ਇੱਕ ਬੀਦ ਦੇ ਚਾਰ ਚਾਰ ਰੂਪ ਹੋਏ। ਏਕ ਰੂਪ ਚਤੁਰਾਨਨ ਕੀਨੋ। ਬ੍ਰਹਮੇ ਨੇ ਆਪਣਾ ਇੱਕ ਰੂਪ ਧਾਰਨ ਕੀਤਾ ਹੈ। ਰੱਛਾ ਕਰ ਸਭ ਕੋ ਸੁਖ ਦੀਨੋ। ਇਹ ਸਾਰਿਆਂ ਦਾ ਮੁਖੀ ਸੀ ਜਿਹੜਾ ਬ੍ਰਹਮਾ ਸੀ। ਦੋਹਰਾ ਆਗਿਆ ਸਭ ਮਾਨਤ ਭਏ। ਸਾਰੇ ਇਸ ਬ੍ਰਹਮੇ ਦੀ ਆਗਿਆ ਮੰਨਦੇ ਸੀ। ਕਮਲਜ ਕੀ ਸੁਖ ਮਾਨ। ਸੁਖ ਮੰਨਦੇ ਸਨ, ਇਹਦੇ ਹੁਕਮ ਵਿੱਚ ਰਹਿੰਦੇ। ਭਗਤ ਸਿੰਘ ਇਨ ਸਬਨ ਕੇ। ਭਗਤ ਸਿੰਘ ਜੀ ਕਹਿੰਦੇ ਹਨ, ਕਰਹੁ ਨਾਮ ਬਖਾਨ। ਕਹਿੰਦੇ ਹੁਣ ਮੈਂ ਇਹਨਾਂ ਸਾਰਿਆਂ ਦੇ ਨਾਮ ਤੁਹਾਨੂੰ ਵਰਣਨ ਕਰਕੇ ਦੱਸਦਾ ਹਾਂ। ਭਿਖੇ ਬਪ ਬ੍ਰਹਮਾ ਧਰਸ। ਕਿਉਂਕਿ ਜਿਹੜਾ ਬ੍ਰਹਮਾ ਸੀ ਇਹਦਾ ਨਾਮ ਸੀ ਭਿੱਖਾ ਭੱਟ, ਭਿੱਖਾ ਸੀ। ਬੁੱਧ ਵਿਦਿਆ ਪਰਵੀਨ। ਜਿਹੜੀ ਬੁੱਧੀ ਤੇ ਵਿਦਿਆ ਦੇ ਵਿੱਚ ਇਹ ਬਹੁਤ ਜ਼ਿਆਦਾ ਪ੍ਰਵੀਨ ਸੀ, ਭਿੱਖਾ ਸੀ ਜਿਹੜਾ। ਚਾਰ ਚਾਰ ਬੇਦਨ ਧਰੇ। ਇੱਕ ਇੱਕ ਵੇਦ ਨੇ ਚਾਰ ਚਾਰ ਰੂਪ ਧਾਰਨ ਕੀਤੇ। ਸੁੰਦਰ ਬਪਦ ਯਕੀਨ। ਭਾਵ ਕਿ ਬ੍ਰਾਹਮਣ ਜਾਤੀ ਦੇ ਵਿੱਚ ਜਨਮ ਲਿਆ, ਸੁੰਦਰ ਹੋਏ। ਚੌਪਈ ਚਾਰ ਦੇਹ ਸਾਮ ਵੇਦ ਕੀ ਗਾਈ। ਸਾਮ ਵੇਦ ਦੇ ਫਿਰ ਚਾਰ ਰੂਪ ਮੰਨੇ ਗਏ। ਮਥਰਾ ਹਰ ਬੰਸ ਜਾਲਪ ਬਲ ਪਾਈ। ਮਥਰਾ ਹੋਇਆ, ਹਰਵੰਸ ਭੱਟ ਹੋਇਆ, ਜਾਲਪ ਭੱਟ ਹੋਇਆ, ਬਲ ਭੱਟ ਹੋਇਆ। ਇਹ ਨਾਮ ਆਉਂਦੇ ਨੇ ਭੱਟਾਂ ਦੇ ਬਾਣੀ ਦੇ ਵਿੱਚ। ਜਿਹੜੇ ਜਿਹੜੇ ਭੱਟ ਨੇ ਬਾਣੀ ਉਚਾਰਨ ਕੀਤੀ ਹੈ, ਇਹ 17 ਨੇ। ਗਿਣਤੀ ਵੀ ਇਸੇ ਕਰਕੇ ਆ ਰਹੀ ਹੈ। ਇਹ ਨਾਮ ਗਿਣ ਰਹੇ ਨੇ ਕਵੀ ਜੀ। ਰਿਗ ਬੇਦੈ ਚਾਰੇ ਬਪ ਧਾਰੇ। ਰਿਗ ਵੇਦ ਨੇ ਵੀ ਚਾਰ ਸਰੀਰ ਧਾਰੇ। ਕਲ ਸਹਾਰ ਜਲਣ ਨਲ ਚਾਰੇ। ਕਲ ਸਹਾਰ ਨਲ ਜਲਣ। ਇਸ ਤਰ੍ਹਾਂ ਫਿਰ ਸਲ। ਕਈਆਂ ਨੇ ਥੋੜ੍ਹਾ ਥੋੜ੍ਹਾ ਨਾਮਾਂ ਦਾ ਫਰਕ ਹੈ, ਕਿਉਂਕਿ ਵਿਦਵਾਨਾਂ ਦੀ ਆਪੋ ਆਪਣੀ ਰਚਨਾ ਹੁੰਦੀ ਹੈ। ਇਉਂ ਚਾਰ ਇਹਨਾਂ ਦੇ ਇਹਦੇ ਪੁੱਤਰ ਹੋਏ ਮੰਨੋ ਇਹਦੇ ਸਰੀਰ ਹੋਏ। ਦਲ ਸਲ ਜਲ ਭਲ ਕਹਾਏ। ਇਸੇ ਤਰ੍ਹਾਂ ਟਲ ਜਲ ਥਲ ਭਲ ਇਹ ਚਾਰ ਭੱਟ ਹੋਏ। ਜੁਜਰ ਵੇਦ ਬਪ ਚਾਰ ਬਣਾਏ। ਜੁਜਰ ਵੇਦ ਦੇ ਸਰੀਰ ਸਨ ਚਾਰੇ। ਕੀਰਤ ਗੋਇੰਦ ਦਾਸ ਸਦਰੰਗ। ਭਾਈ ਕੀਰਤਾ, ਗੋਇੰਦ, ਸਦਰੰਗ, ਦਾਸ, ਸੇਵਕ, ਇਹ ਚਾਰ ਭਾਟੇ ਹੋਏ। ਅਥਰਬਨ ਵੇਦ ਚਾਰ ਦੇਹ ਅੰਗ। ਇਸ ਤਰ੍ਹਾਂ ਇਹ ਅਥਰਵਣ ਵੇਦ ਦੇ ਚਾਰ ਅਵਤਾਰ ਮੰਨੇ ਗਏ। ਭਿੱਖੇ ਦੇਹ ਕਮਲਜੋ ਪਾਈ। ਇਉਂ ਮਾਨੋ ਵੀ ਭਿੱਖਿਆ ਸਰੂਪ ਜਿਹੜਾ ਭਿੱਖਾ ਭੱਟ ਹੋਇਆ, ਇਹ ਬ੍ਰਹਮੇ ਦਾ ਰੂਪ ਸੀ। ਸਭ ਤੇ ਅਧਿਕ ਭਇਓ ਸੁਖਦਾਈ। ਜਿਹੜਾ ਸਾਰਿਆਂ ਤੋਂ ਅਧਿਕ ਜ਼ਿਆਦਾ ਸੁਖਦਾਇਕ ਹੋਇਆ। ਇਹ 17 ਭੱਟਾਂ ਦੀ ਗਿਣਤੀ ਆਉਂਦੀ ਹੈ। ਪ੍ਰੋਫੈਸਰ ਸਾਹਿਬ ਸਿੰਘ ਨੇ 11 ਦੀ ਲਿਖੀ ਹੈ। ਬਾਕੀ ਬਹੁਤ ਜ਼ਿਆਦਾ ਸੰਪਰਦਾਵਾਂ ਵਿਦਵਾਨ 17 ਹੀ ਭੱਟ ਲਿਖਦੇ ਨੇ। 17 ਦਾ ਨਾਲੇ ਗਿਣਤੀ ਕਰਨ ਦਾ ਬਹੁਤ ਤਰੀਕਾ ਸੌਖਾ ਹੈ, ਜੇ ਤੁਸੀਂ ਗਿਣਨੇ ਵੀ ਹੋਣ। ਜਿਹੜਾ ਭੱਟ
ਜਿਹੜੇ ਸਵਈਏ ਉਚਾਰਨ ਕਰਦਾ ਹੈ ਉੱਥੇ ਫਿਰ ਆ ਕੇ ਹਿੰਦ ਸੇ ਜੋ ਗਿਣਤੀ ਹੈ ਮਹਾਰਾਜ ਨੇ ਦਿੱਤੀ ਉਹ ਪੂਰੀ ਹੋ ਜਾਂਦੀ ਹੈ। ਹਰ ਇੱਕ ਭੱਟ ਦੇ ਸਵਈਏ ਦੀ ਗਿਣਤੀ ਜਦੋਂ ਉਚਾਰਨ ਕਰਦੇ ਨੇ ਜਾਂਦੇ ਨੇ ਅੱਗੇ ਵਿੱਚ ਜੇ ਇੱਕ ਸਵਈਆ ਉਚਾਰਿਆ ਉੱਥੇ ਇੱਕ, ਜੇ ਦੋ ਸਵਈਏ ਉਚਾਰੇ ਨੇ ਦੋ, ਚਾਰ ਉਚਾਰਨ ਕੀਤੇ ਚਾਰ, ਪੰਜ ਉਚਾਰੇ ਪੰਜ, ਫਿਰ ਗਿਣਤੀ ਦੂਏ ਭੱਟ ਦੀ ਗੱਲ ਚੱਲ ਪੈਂਦੀ ਹੈ, ਫਿਰ ਤੀਜੇ ਦੀ ਚੱਲ ਪੈਂਦੀ ਹੈ। ਇਉਂ ਇਹਨਾਂ ਦੀ ਜਦੋਂ ਆਪਾਂ ਗਿਣਤੀ ਕਰਕੇ ਦੇਖਦੇ ਹਾਂ ਤਾਂ 17 ਹੀ ਭੱਟ ਬਣਦੇ ਨੇ। ਜ਼ਿਆਦਾ ਵਿਦਵਾਨਾਂ ਦੀ ਰਾਏ ਹੈ, ਜਿਸ ਤਰ੍ਹਾਂ ਪ੍ਰੋਫੈਸਰ ਵਾਹਿਗੁਰੂ ਡਾਕਟਰ ਭਾਈ ਵੀਰ ਸਿੰਘ ਅਤੇ ਗਿਆਨੀ ਹਰਬੰਸ ਸਿੰਘ ਪਟਿਆਲੇ ਵਾਲੇ, ਜਿਹੜੇ ਮਹਾਨ ਵਿੱਦਿਆ ਦੇ, ਜਿਨ੍ਹਾਂ ਦਾ ਹੁਣ ਕੱਲ੍ਹ ਜਨਮ ਦਿਨ ਵੀ ਸੀ, ਜੋ ਮਹਾਨ ਪੰਡਤ ਹੋਏ, ਵਿਦਵਾਨ ਹੋਏ, ਜਿਨ੍ਹਾਂ ਨੇ ਕਾਂਸੀ ਦੇ ਵਿੱਚ ਵੀ ਜਿੱਤਿਆ, ਗਿਆਨੀ ਦਿੱਤ ਸਿੰਘ, ਉਹਨਾਂ ਨੇ ਵੀ ਇਹ 17 ਦੀ ਗਿਣਤੀ ਮਹਿਫੂਜ਼ ਰੱਖੀ ਹੈ। ਕਈਆਂ ਨੇ 22 ਵੀ ਗਿਣੇ ਨੇ, ਪਰ ਆਮ ਕਰਕੇ ਜ਼ਿਆਦਾ ਵਿਦਵਾਨਾਂ ਦੀ 17 ਹੀ ਗਿਣਤੀ ਹੈ। ਜਦੋਂ ਆਪਾਂ ਬਾਣੀ ਦੇ ਵਿੱਚ ਅੰਕ ਲੱਗਿਆ ਅਨੁਸਾਰ ਆਪਾਂ ਗਿਣਤੀ ਕਰਦੇ ਜਾਵਾਂਗੇ ਤਾਂ 17 ਹੀ ਬਣਨਗੇ। ਸੋ ਇਸ ਤਰ੍ਹਾਂ ਇਹ 17 ਭੱਟ ਸੀ ਜਿਨ੍ਹਾਂ ਨੇ ਮਹਾਰਾਜ ਦੇ ਚਰਨਾਂ 'ਚ ਆ ਕੇ ਸਵਈਏ ਗਾਏ। ਅੱਜ ਵੀ ਸ੍ਰੀ ਹਰਿਮੰਦਰ ਸਾਹਿਬ ਜੁਗੋ ਜੁਗ ਟਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਦੋਂ ਬਖਸ਼ਿਸ਼ ਕਰਦੇ ਨੇ, ਦੀਦਾਰ ਦੇਣ ਵਾਸਤੇ ਆਉਂਦੇ ਨੇ, ਸਤਿਗੁਰਾਂ ਦੇ ਪਾਵਨ ਸਰੂਪ ਦੇ ਪ੍ਰਕਾਸ਼ਵਾਨ ਹੁੰਦੇ ਨੇ, ਉਹਨਾਂ ਚਿਰ ਇਹੀ ਸਵਈਆਂ ਦਾ ਹੀ ਜਾਪ ਕੀਤਾ ਜਾਂਦਾ ਹੈ। ਪਰ ਇਹਨਾਂ ਦਾ ਉਚਾਰਨ ਵੀ ਅਤੇ ਵਿਸਰਾਮ ਲਾਉਣਾ ਇਹ ਵੀ ਬੜੀ ਸ਼ੁੱਧਤਾਈ ਦੇ ਨਾਲ ਹੀ ਆਉਂਦਾ ਹੈ, ਨਹੀਂ ਕਈ ਵਾਰੀ ਵਿਸਰਾਮ ਜਾਂ ਉਚਾਰਨ ਸਹੀ ਨਹੀਂ ਹੁੰਦਾ। ਸੋ ਆਓ ਇਸ ਤਰ੍ਹਾਂ ਇਹ ਸਵਈਏ ਉਚਾਰਨ ਕੀਤੇ 122 ਸਵਈਏ ਹੋਏ। ਵਿਪਰ ਦੇਹ ਸੰਗਿਆ ਭਵ ਪਾਏ। ਇਹਨਾਂ ਦੀ ਸੰਗਿਆ ਕੀ ਸੀ? ਵਿਪਰ, ਕਿਉਂਕਿ ਭੱਟ ਬ੍ਰਾਹਮਣ ਸਨ। ਸਤਿਗੁਰੂ ਕੋ ਖੋਜੈ ਹਰਿ ਖਾਏ। ਇਹ ਸਤਿਗੁਰੂ ਮਹਾਰਾਜ ਜੀ ਨੂੰ ਖੋਜਣ ਵਾਸਤੇ ਆਏ। ਢੂੰਡਤ ਗੁਰੂ ਜਗਤ ਮੈਂ ਫਿਰੈ। ਢੂੰਡਦੇ ਆਏ ਹਨ, ਕਿਉਂਕਿ ਉਚਾਰਨ ਕੀਤਾ ਭੱਟਾਂ ਨੇ ਆਪ ਇਹ ਬਚਨ, ਰਹਿਓ ਸੰਤ ਹੋਂ ਟੋਲ, ਸਾਧ ਬਹੁ ਤੇਰੇ ਡਿਠੇ, ਸੰਨਿਆਸੀ ਤਪੱਸੀਅ, ਮੁਖੋ ਏ ਪੰਡਤ ਮਿੱਠੇ, ਬਰਸ ਏਕ ਹੋਂ ਫਿਰਿਓ, ਕਿਨੈ ਨਹੁ ਪਰਚੋ ਲਾਇਓ, ਕਹਿਤਿਆਂ ਕਹਿਤੀ ਸੁਣੀ ਰਹਿਤ ਕੋ, ਖੁਸ਼ੀ ਨ ਆਇਓ। ਹਰ ਨਾਮ ਛੋੜ ਦੂਜੈ ਲੱਗੇ, ਤਿਨਕੇ ਗੁਣੋਂ ਕਿਆ ਕਹੋਂ, ਗੁਰ ਦਈਏ ਮਿਲਾਇਓ ਭਿਖਿਆ, ਜੇ ਤੂੰ ਰੱਖੈ ਤਿਵ ਰਹੋ। ਭਿੱਖਾ ਭੱਟ ਨੇ ਉਚਾਰਿਆ ਵੀ ਪਰਮੇਸ਼ਰ ਨੇ ਸਤਿਗੁਰੂ ਤੇਰੇ ਦੀਦਾਰ ਕਰਾ ਦਿੱਤੇ ਨੇ, ਹੁਣ ਸਾਨੂੰ ਇੱਥੇ ਆਨੰਦ ਹੈ। ਇਉਂ ਇਹਨਾਂ ਨੇ ਬੇਨਤੀ ਕੀਤੀ, ਸ਼ਾਂਤ ਨਾ ਪਾਵੈ ਬਿਨ ਗੁਰ ਕਰੈ। ਕਿਉਂਕਿ ਗੁਰੂ ਤੋਂ ਬਿਨਾਂ ਸ਼ਾਂਤੀ ਨਹੀਂ ਪ੍ਰਾਪਤ ਹੋ ਰਹੀ ਸੀ। ਜੋਗੀ ਸੰਨਿਆਸਨ ਕੇ ਗਏ। ਜੋਗੀਆਂ ਕੋਲ, ਸੰਨਿਆਸੀਆਂ ਕੋਲ ਵੀ ਗਏ। ਬ੍ਰਹਮਚਾਰੀ ਤਪਸੀ ਦਿਖ ਲਏ। ਬੜੇ ਬ੍ਰਹਮਚਾਰੀਆਂ ਤਪੀਸ਼ਰਾਂ ਦੇ ਕੋਲ ਵੀ ਘੁੰਮਦੇ ਫਿਰਦੇ ਰਹੇ। ਦੋਹਰਾ ਬਰਸ ਏਕ ਜਗ ਮੈਂ ਫਿਰੇ। 1 ਸਾਲ ਘੁੰਮਦੇ ਰਹੇ ਜਗਤ ਦੇ ਵਿੱਚ। ਸਭੀ ਪੰਥ ਦਿਖਿਆਏ। ਸਾਰੇ ਧਰਮਾਂ ਵਾਲੇ ਪੰਥ, ਚੱਲਣ ਵਾਲੇ ਰੱਬ ਦੇ ਰਾਹ ਤੇ ਤੁਰਨ ਵਾਲੇ ਲੋਕ ਸੀ, ਉਹਨਾਂ ਸਾਰਿਆਂ ਨੂੰ ਦੇਖ ਆਏ ਘੁੰਮ ਘੁਮਾ ਕੇ। ਸ਼ਾਂਤ ਪਰਦੈ ਸੁਖ ਸਿੰਧ ਗੁਰ। ਪਰ ਕਿਤੋਂ ਵੀ ਸ਼ਾਂਤੀ ਨਾ ਮਿਲੀ। ਸਤਿਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਮਨ ਨੂੰ ਸ਼ਾਂਤੀ ਆਈ। ਕਹੂ ਨ ਨੈਣਨ ਪਾਏ। ਕਿਤੇ ਵੀ ਸਾਨੂੰ ਨੈਣਾਂ ਦੇ ਵਿੱਚ ਸ਼ਾਂਤੀ ਨਹੀਂ ਹੋਈ। ਇਹ ਸਤਿਗੁਰੂ ਜੋ ਆਪ ਜੀ ਦੇ ਦੀਦਾਰ ਕਰਕੇ ਹੋਈ ਹੈ। ਸੁਦਾ ਸਰੋਵਰ ਮੈਂ ਆਏ। ਸੁਦਾ ਸਰੋਵਰ ਆਖਰ ਅੰਮ੍ਰਿਤਸਰ ਸਾਹਿਬ ਜੀ ਕੇ ਆ ਕੇ ਦਰਸ਼ਨ ਕੀਤੇ। ਫਿਰਤ ਫਿਰਤ ਸਭ ਦੇਸ। ਸਾਰੀ ਦੇਸਾਂ 'ਚ ਫਿਰ ਕੇ ਲੱਭ ਕੇ ਟੋਲ ਕੇ ਆਏ ਹਾਂ ਜੀ। ਗੁਰੂ ਅਰਜਨ ਜੀ ਜਬ ਪਿਖੇ। ਜਦੋਂ ਸਤਿਗੁਰੂ ਮਹਾਰਾਜ ਜੀ ਦੇ ਦੀਦਾਰ ਕੀਤੇ, ਭਈ ਸ਼ਾਂਤ ਚਿਤ ਏਸ। ਬਸ ਇੱਕੋ ਹੀ ਦਰਸ਼ਨ ਦੇ ਨਾਲ, ਝਲਕ ਦੇ ਨਾਲ ਚਿੱਤ ਨੂੰ ਸ਼ਾਂਤੀ ਪ੍ਰਾਪਤ ਹੋਈ। ਰਸਾਵਲ ਛੰਦ ਭਿਖੈ ਬੈਨ ਗੋਏ, ਗੁਰੂ ਦਰਸ ਹੋਏ। ਇਸ ਤਰ੍ਹਾਂ ਭਿੱਖਾ ਸੀ ਜਿਹੜਾ ਸਤਿਗੁਰੂ ਮਹਾਰਾਜ ਦੇ ਚਰਨਾਂ 'ਚ ਫਿਰ ਬੇਨਤੀ ਕਰਦਾ ਹੈ। ਸਭੈ ਪਾਪ ਜਾਹੀ ਮਨੰਗ ਸਾਤ ਪਾਹੀ। ਮਹਾਰਾਜ ਆਪ ਜੀ ਦੇ ਦਰਸ਼ਨ ਕਰਕੇ ਸਾਰੇ ਪਾਪਾਂ ਦਾ ਨਾਸ਼ ਹੋਇਆ, ਮਨ ਨੂੰ ਸ਼ਾਂਤੀ ਆਈ ਹੈ। ਅਸੰਗ ਬੈਨ ਗਾਏ ਗੁਰੂ ਪਾਸ ਆਏ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਦੀ ਚਰਨਾਂ 'ਚ ਅੱਗੇ ਬੜੇ ਪਿਆਰ ਦੇ ਬੈਨ ਭਾਵ ਕੇ ਉਚਾਰਨ ਕੀਤਾ ਜਸ। ਦਿਖਾ ਰੂਪੇ ਆਗੇ ਮਹਾਜੋਤ ਜਾਗੇ। ਕੀ ਦੇਖਦੇ ਨੇ? ਜੋ ਮਹਾਨ ਜੋਤ, ਨਿਰੰਕਾਰ ਦੀ ਜੋਤ ਸਤਿਗੁਰਾਂ 'ਚ ਜਗ ਰਹੀ ਸੀ,
ਉਹ ਇਹਨਾਂ ਨੂੰ ਦਰਸ਼ਨ ਹੋ ਰਹੇ ਨੇ ਸਤਿਗੁਰਾਂ ਦੇ। ਮਹਾ ਮਾਏ ਦੇਖੀ ਮਲੈ ਪਾਦ ਲੇਖੀ। ਇਉਂ ਮਾਨੋ ਕਿ ਲక్ష్ਮੀ ਸਤਿਗੁਰਾਂ ਦੇ ਦਰ ਤੇ ਝਾੜੂ ਫੇਰਦੀ ਦਰਸ਼ਨ ਹੋ ਰਹੇ ਨੇ। ਸੁਬੇ ਸੇਖ ਸਾਈ ਗੁਰੂ ਸੋਭ ਪਾਈ। ਇਉਂ ਮਾਨੋ ਕਿ ਪਤਾ ਨਹੀਂ ਕਿੰਨੇ ਕੁ ਦੇਵੀ ਦੇਵਤੇ ਸਾਰੀ ਸੇਵਾ ਨਿਭਾ ਰਹੇ ਨੇ, ਜਿਨ੍ਹਾਂ ਨੂੰ ਇਹ ਭੱਟ ਤੱਕ ਰਹੇ ਹਨ। ਵੱਡੀ ਜੋਤ ਸੋਹੇ ਸਭੈ ਦੇਖ ਮੋਹੇ। ਮਹਾਨ ਵੱਡੀ ਨਿਰੰਕਾਰ ਦੀ ਜੋਤ ਗੁਰੂ ਨਾਨਕ ਪਾਤਸ਼ਾਹ ਜੀ ਦੀ ਆਦ ਨਿਰੰਜਨ ਹੈ। ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ। ਉਹ ਜੋਤ ਜਗਦੀ ਦੇਖ ਰਹੇ ਨੇ, ਆਨੰਦ ਹੋ ਰਹੇ ਹਨ। ਪਰੇ ਬਾਦ ਕੰਜੰ ਮਨ ਖੇਦ ਭਜੰ। ਇਉਂ ਮਾਨੋ ਸਤਿਗੁਰੂ ਮਹਾਰਾਜ ਦੇ ਕਮਲਾਂ ਵਰਗੇ ਚਰਨ ਪਰਸੇ, ਜੋ ਮਨ ਦੇ ਦੁੱਖ ਸੀ ਉਹ ਸਾਰੇ ਭੱਜ ਗਏ, ਟੁੱਟ ਗਏ, ਖਤਮ ਹੋ ਗਏ। ਦੋਹਰਾ ਪੁਨ ਉਸਤਤ ਗੁਰ ਕੀ ਕਰੀ। ਫਿਰ ਸਤਿਗੁਰੂ ਮਹਾਰਾਜ ਦੀ ਉਸਤਤੀ ਕਰਦੇ ਨੇ, ਜਸ ਕਰਦੇ ਹਨ। ਮਹਾ ਵਿਸ਼ਨ ਦਿਖ ਰੂਪ। ਕੀ ਬ੍ਰਹਮ ਸਰੂਪ ਪਰਮੇਸ਼ਰ ਸਰੂਪ ਤੱਕ ਕੇ ਸਭ ਮਿਲ ਆਸ ਭਾਖਤ ਭਏ। ਸਾਰੇ ਮਿਲ ਕੇ ਉਚਾਰਨ ਕੀਤਾ। ਤੁਹੀ ਜਗਤ ਗੁਰ ਭੂਪ। ਕੀ ਆਖੇ ਆਪ ਹੀ ਜਗਤ ਦੇ ਭੂਪ, ਮਹਾਰਾਜਿਆਂ ਦੇ ਰਾਜੇ ਆਪ ਹੀ ਹੋਂ। ਕਿਉਂਕਿ ਪ੍ਰਭ ਦਾਤੋ ਦਾਤਾਰ ਪਰਿਓ ਜਾਚਕ ਕੇ ਸਰਨਾ। ਮਿਲੈ ਦਾਨ ਸੰਤਰੇਨ ਜਿਹ ਲਗ ਭਵ ਜਲ ਤਰਨਾ। ਬੇਨਤ ਕਰੋ ਅਰਦਾਸ ਸੁਨੋ ਜੇ ਠਾਕੁਰ ਭਾਵੈ। ਦਿਹੂ ਦਰਸ ਮਨ ਚਾਓ ਭਗਤਿ ਉਹ ਮਨ ਠਹਿਰਾਵੈ। ਭਲਿਓ ਚਰਾਗ ਅੰਧਿਆਰ ਮੈਂ ਸਭ ਕਲ ਉਧਰੀ ਇਕ ਨਾਮ ਧਰਮ। ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ। ਐਸੇ ਪਿਆਰ ਦੇ ਸਵਈਏ ਉਚਾਰੇ। ਭੁਜੰਗ ਛੰਦ ਨਿਰਾਵੈਵ ਰੂਪ ਅਜੰਗ ਆਪ ਹੋਏ। ਜੋ ਨਿਰੰਕਾਰ ਸਰੂਪ ਅਕਾਲ ਪੁਰਖ ਸੀ ਆਪ ਹੀ ਹੋ, ਫਿਰ ਆਪ ਹੀ ਬ੍ਰਹਮਾ ਸਰੂਪ ਹੋਏ। ਰਚੇ ਜੀਵ ਜੰਤੰ ਅਸਾਨਾ ਹੈ ਕੋਏ। ਇਉਂ ਸੰਸਾਰ ਦੇ ਵਿੱਚ ਕੋਈ ਅੰਤ ਨਹੀਂ ਹੈ, ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਬ੍ਰਹਮਾ ਹੋ ਕੇ ਆਪ ਹੀ। ਵਿਸ਼ਨ ਰੂਪ ਹਵੈ ਕੈ ਕਰੋ ਰੱਛਾ ਪਾਲੰ। ਫਿਰ ਆਪ ਵਿਸ਼ਨੂੰ ਰੂਪ ਹੋ ਕੇ ਫਿਰ ਸਾਰੇ ਜੀਵਾਂ ਦੀ ਪਾਲਣਾ ਵੀ ਆਪ ਹੀ ਕਰਦੇ ਹੋ। ਤੁਮੇ ਸੰਭਵ ਹਵੈ ਕੈ ਕਰੋ ਜੀਵ ਕਾਲੰ। ਆਪ ਹੀ ਸ਼ੰਭੂ ਸ਼ਿਵ ਰੂਪ ਹੋ ਕੇ ਸਾਰੇ ਜੀਵਾਂ ਦਾ ਸੰਹਾਰ ਵੀ ਆਪ ਹੀ ਕਰਦੇ ਹੋ। ਇੰਦਾਨੀ ਧਰਿਓ ਰੂਪ ਸੁੰਦਰੰਗ ਅਪਾਰੀ। ਉਹੀ ਸਰੂਪ ਅੱਜ ਪ੍ਰਤੱਖ ਸਾਹਮਣੇ ਨਿਰੰਕਾਰ ਦਾ ਆਪ ਨੇ ਧਾਰਨ ਕੀਤਾ ਹੋਇਆ। ਗੁਰਤਾ ਗੱਦੀ ਤੇ ਬਿਰਾਜਮਾਨ ਹੋ। ਪਰੈ ਤੋਹੰ ਪਾਦੰ ਹਰੋ ਮੋਹ ਭਾਰੀ। ਮਹਾਰਾਜ ਸਾਡੇ ਮਨਾਂ 'ਚ ਜੋ ਮੋਹ ਪਿਆ ਸੰਸਾਰ ਦਾ, ਇਹਨੂੰ ਦੂਰ ਕਰ ਦਿਓ। ਆਪ ਜੀ ਦੇ ਕਮਲਾਂ ਚਰਨਾਂ ਤੇ ਅਸੀਂ ਢਹਿੰਦੇ ਹਾਂ, ਚਰਨ ਪਰਸਦੇ ਹਾਂ। ਤੁਹੀ ਰਾਮ ਹਵੈ ਕੈ ਦਸੰ ਗਰੀਬ ਮਾਰਿਓ। ਆਪ ਨੇ ਰਾਮ ਹੋ ਕਰਕੇ ਰਾਵਣ ਦਾ ਵਧ ਕੀਤਾ ਹੈ। ਤੁਹੀ ਕਾਨ ਹਵੈ ਕੈ ਕੇਸੀ ਬਿਧਾਰਿਓ। ਕ੍ਰਿਸ਼ਨ ਹੋ ਕੇ ਆਪ ਨੇ ਹੀ ਕੰਸ ਨੂੰ ਮਾਰਨਾ ਕੀਤਾ। ਕੰਸ ਕੀਸੀ ਪਕੜ ਗਰਾਇਆ, ਬਚਨ ਵੀ ਆਉਂਦਾ ਹੈ। ਅਲੇਪੰ ਸਦਾ ਲੇਪ ਲਾਗੈ ਨਾ ਕੋਈ। ਆਪ ਸਦਾ ਹੀ ਨਿਰਲੇਪ ਹੋ, ਕੋਈ ਲੇਪ ਨਹੀਂ ਲੱਗਦੀ ਹੈ। ਕਟੇ ਤਾਹੇ ਜਾਲੰ ਤੁਮੈ ਦਾਸ ਜੋਈ। ਭਾਵ ਕਿ ਜਿਹੜਾ ਕੋਈ ਆਪ ਜੀ ਦੇ ਦਰਸ਼ਨ ਕਰ ਲੈਂਦਾ, ਉਹਦੇ ਸਾਰੇ ਜਾਲ ਬੰਧਨ ਕੱਟੇ ਜਾਂਦੇ ਹਨ। ਪ੍ਰਭੂ ਤੋਹੇ ਅੰਤੰ ਹਮੈ ਨਾਹਿ ਪੋਇਓ। ਇਹ ਸੱਚੇ ਪਾਤਸ਼ਾਹ ਆਪ ਜੀ ਦੇ ਚਰਨਾਂ ਦੀ ਸ਼ਰਨ ਪ੍ਰਾਪਤ ਹੋਈ ਹੈ। ਸਦਾ ਨੇਤ ਨੇਤੰ ਤੁਮੈ ਰੂਪ ਗਾਇਓ। ਅਸੀਂ ਆਪ ਜੀ ਦਾ ਅੰਤ ਕਿਵੇਂ ਪਾ ਸਕਦੇ ਹਾਂ? ਤਾਂ ਆਪ ਜੀਆਂ ਨੂੰ ਤਾਂ ਬੇਦਾਂ ਨੇ ਵੀ ਨੇਤ ਨੇਤ ਕਥੰਤ ਬੇਦਾ ਬੇਅੰਤ ਬੇਅੰਤ ਕਰਕੇ ਆਖਿਆ ਹੈ। ਦੋਹਰਾਏ ਸੋ ਆਓ ਇਸ ਤਰ੍ਹਾਂ ਵੇਦ ਸਤਿਗੁਰੂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉਸਤਤੀ ਭੱਟ ਉਚਾਰਨ ਕਰ ਰਹੇ ਹਨ। ਅੱਗੇ ਫਿਰ ਜਿਸ ਤਰ੍ਹਾਂ ਮਹਾਰਾਜ ਬੇਨਤੀ ਕਰਦੇ ਨੇ ਕਿ ਸਾਡਾ ਕਲਿਆਣ ਕਰੋ, ਸਾਡਾ ਉਧਾਰ ਕਰੋ, ਇਹ ਪਿਆਰ ਨਾਲ ਕੱਲ੍ਹ ਨੂੰ ਸਰਵਣ ਕਰਨਾ, ਹੋਈਆਂ ਭੁੱਲਾਂ ਮਾਫ ਕਰਨੀਆਂ। ਕਿਉਂਕਿ ਇਤਿਹਾਸਾਂ ਦੇ ਵੱਖਰੇ ਵੱਖਰੇ ਸਰੋਤ ਹੁੰਦੇ ਨੇ, ਵੱਖਰੀ ਵੱਖਰੀ ਹਰ ਇੱਕ ਵਿਦਵਾਨ ਦੀ ਵਿਚਾਰ ਹੁੰਦੀ ਹੈ। ਜਿਸ ਤਰ੍ਹਾਂ ਸਤਿਗੁਰੂ ਕਿਰਪਾ ਕਰਦੇ ਨੇ ਉਸ ਤਰ੍ਹਾਂ ਇਹ ਗੁਰੂ ਦਾ ਜਸ ਹੈ। ਜਿੰਨਾ ਕੁ ਬਖਸ਼ਿਸ਼ ਹੋ ਜਾਂਦੀ ਆ ਉਹਨਾਂ ਕੁ ਆਪਾਂ ਕਰ ਲੈਂਦਾ ਹੈ। ਭੁੱਲਾਂ ਮਾਫ ਕਰਨੀਆਂ, ਫਤਿਹ ਪ੍ਰਵਾਨ ਕਰਨੀ ਜੀ। ਅਲੇਪੰ ਸਦਾ ਲੇਪ ਲਾਗੈ ਨਾ ਕੋਈ। ਕਟੇ ਤਾਹੇ ਜਾਲੰ ਤੁਮੈ ਦਾਸ ਜੋਈ। ਪ੍ਰਭੂ ਤੋਹੇ ਅੰਤੰਗ ਹਮੈ ਨਾਹਿ ਪਾਇਓ। ਸਦਾ ਨੇਤ ਨੇਤੰ ਤੁਮੈ ਰੂਪ ਗਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।